परसों कुछ पंक्तियां भगत कबीर जी दे सलोकां दियां लिख के थल्ले लिखिया सी। आप जी किरपा करके भगत कबीर जी दे इस पावन शब्द दी सोझी पाओ जी कि भगत ही किस दो ਅੱਖਰ ਦੀ ਗੱਲ ਕਰਦੇ ਹਨ। ਇਹ ਜਿਹੜੀ ਸੋਝੀ ਹੈ ਨਾ, ਜਾਂ ਸਮਝ ਕਹਿ ਲਈਏ, ਇਹ ਬਾਹਰੋਂ ਨਹੀਂ ਮਿਲਦੀ ਹੈ ਤੇ ਨਾ ਸ਼ਬਦਾਂ ਦੇ ਅਰਥ ਸੁਣ ਕੇ ਮਿਲਦੀ ਹੈ। ਅਗਰ ਬਾਹਰੋਂ ਸੁਣਿਆ ਹੀ ਸ਼ਬਦਾਂ ਦੇ ਅਰਥ ਸੋਝੀ ਮਿਲ ਜਾਂਦੀ ਤੇ ਫਿਰ ਅੰਤਰਮੁਖ ਹੋਣ ਵਾਸਤੇ ਕਹਿਣ ਦੀ ਲੋੜ ਨਹੀਂ ਸੀ। ਫਿਰ ਇੰਨਾ ਧਿਆਨ ਕਰਨ ਦੀ ਲੋੜ ਨਹੀਂ ਹੈ। ਫਿਰ ਤੇ ਬਾਹਰ ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ ਕਿਹਾ ਜਾਂਦਾ ਹੈ ਛੱਡੋ, ਸੰਸਾਰ ਤੋਂ ਮੋਹ ਤਿਆਗੋ। ਤੂੰ ਮੋਹ ਤਿਆਗਣ ਦੀ ਵੀ ਲੋੜ ਨਹੀਂ। ਇੱਦਾਂ ਹੀ ਤਾਂ ਸੋਚਦੇ ਹਨ ਪੜ੍ਹੇ ਲਿਖੇ ਲੋਕ। ਜ਼ਿਆਦਾ ਬੁੱਧੀਜੀਵੀ ਜਿਹੜੇ ਹਨ ਉਹ ਇਉਂ ਹੀ ਸੋਚਦੇ ਹਨ ਵੀ ਅੱਖਰਾਂ ਦੇ ਅਰਥ ਸਮਝ ਵਿੱਚ ਆ ਗਏ ਨਾ ਤੇ ਪਰਮਾਤਮਾ ਬਾਰੇ ਅਸੀਂ ਸਮਝ ਲਵਾਂਗੇ, ਸਾਨੂੰ ਸੋਝੀ ਆ ਜੂਗੀ। ਅਗਰ ਕੋਈ ਬਾਹਰੋਂ ਸੋਝੀ ਦੇਣ ਵਾਲਾ ਹੋਵੇ ਤਾਂ ਫਿਰ ਉਹਨਾਂ ਨੂੰ ਅਗਰ ਸੋਝੀ ਨਹੀਂ ਆਉਂਦੀ ਹੈ, ਸਮਝ ਨਹੀਂ ਆਉਂਦੀ ਹੈ, ਤਾਂ ਉਹ ਕਹਿੰਦੇ ਹਨ ਵੀ ਜਿਹੜਾ ਸਮਝ ਦੇਣ ਵਾਲਾ ਸੀ ਨਾ ਉਹਦੇ ਕੋਲ ਸਮਝ ਨਹੀਂ ਸੀ। ਇਹੋ ਹੀ ਕਹਿੰਦੇ ਹਨ ਵੀ ਸਮਝ ਦੇਣ ਵਾਲੇ ਕੋਈ ਸਮਝ ਨਹੀਂ ਹੈ। ਸਾਨੂੰ ਤਾਂ ਸਮਝ ਬਹੁਤ ਸੀ, ਅਸੀਂ ਤਾਂ ਸਮਝ ਹੀ ਲੈਣਾ ਸੀ ਜੇ ਅਗਰ ਕੋਈ ਸਮਝਾਉਣ ਵਾਲਾ ਹੋਵੇ ਤਾਂ। ਪਰ ਇੱਧਰ ਕਿਹਾ ਜਾ ਰਿਹਾ ਹੈ ਵੀ ਬਾਹਰੋਂ ਸਮਝਿਆ ਨਹੀਂ ਜਾ ਸਕਦਾ, ਬਾਹਰੋਂ ਜੀਵਨ ਦੇ ਅਰਥ ਨਹੀਂ ਮਿਲਦੇ ਹਨ। ਜੀਵਨ ਦਾ ਅਰਥ ਅੰਦਰੋਂ ਖੋਜਣਾ ਪੈਂਦਾ, ਬਾਹਰੋਂ ਥੋੜ੍ਹੀ ਮਿਲਦਾ। ਸ਼ਬਦਾਂ ਦੁਆਰਾ, ਸ਼ਬਦਾਂ ਨੂੰ ਸਮਝ ਕੇ ਤੁਸੀਂ ਅਰਥ ਥੋੜ੍ਹੀ ਲੱਭ ਲਓਗੇ। ਜਿੱਥੋਂ ਸ਼ਬਦ ਆਏ ਹਨ ਉੱਥੇ ਪਹੁੰਚੋਗੇ, ਤੁਹਾਡੇ ਸਾਫ਼ ਸਮਝ ਵਿੱਚ ਆ ਜਾਵੇਗਾ ਵੀ ਕੀ ਕਿਹਾ ਹੈ। ਬਿਲਕੁਲ ਸਾਫ਼ ਹੋ ਜਾਂਦਾ ਹੈ ਅੰਦਰ ਜਾ ਕੇ। ਇਵੇਂ ਹੀ ਹੋਇਆ ਹੈ। ਆਹ ਜੋ ਰਿਕਾਰਡਿੰਗ ਹੈ ਨਾ, ਇਹ ਸੁਣ ਕੇ ਦੇਖੋਗੇ ਤੁਸੀਂ ਤੇ ਇਹਦੇ ਵਿੱਚ ਜਿਹਨੂੰ ਇਹ ਅਨੁਭਵ ਘਟਿਆ ਹੈ ਉਹਨੂੰ ਅਰਥ ਅੰਦਰੋਂ ਸਾਫ਼ ਹੋ ਗਏ। ਬਹੁਤ ਸਮੇਂ ਪਹਿਲਾਂ ਇੱਕ ਗੁਰਮੁਖ ਪਿਆਰੇ ਨੇ ਪੁੱਛਿਆ ਸੀ, ਅੰਤਰ ਸੁਨੰਗ ਬਾਹਰ ਸੁਨੰਗ ਤਿਰਭਵਨ ਸੁਨਮ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ ਤਾਕੋ ਪਾਪ ਨ ਪੁੰਨੰਗ। ਉਸ ਸਮੇਂ ਸਮਝਾਇਆ ਸੀ ਬਹੁਤ ਵਿਸਥਾਰ ਨਾਲ, ਤੇ ਵਾਰ-ਵਾਰ ਉਹਨਾਂ ਨੇ ਪੁੱਛਿਆ ਸੀ ਤੇ ਵਾਰ-ਵਾਰ ਮੈਂ ਸਮਝਾਇਆ ਵੀ ਸੀ, ਪਰ ਉਹਨਾਂ ਨੂੰ ਹਾਲੇ ਤੱਕ ਸਮਝ ਵਿੱਚ ਨਹੀਂ ਆਇਆ ਹੈ, ਕਿਉਂਕਿ ਬਾਹਰੋਂ ਆ ਨਹੀਂ ਸਕਦਾ ਹੈ। ਪਰ ਜਿਹੜੇ ਅੰਦਰ ਗਏ ਹਨ ਉਹਨਾਂ ਨੂੰ ਆਪੇ ਹੀ ਸਮਝ ਵਿੱਚ ਆ ਗਿਆ ਹੈ। ਆ ਹੀ ਗਿਆ ਹੈ ਨਾ,
ਜਾਣ ਲਿਆ ਹੈ। ਉਸ ਜਗ੍ਹਾ 'ਤੇ ਪਹੁੰਚ ਕੇ ਪਤਾ ਲੱਗਾ ਹੈ ਵੀ ਉੱਥੇ ਕੁਛ ਵੀ ਨਹੀਂ ਹੈ, ਨਾ ਹੀ ਮੇਰੀ ਹਸਤੀ ਹੈ, ਨਾ ਮੇਰੀ ਹੋਂਦ ਹੈ, ਨਾ ਮੈਂ ਹਾਂ, ਉੱਥੇ ਕੁਛ ਵੀ ਨਹੀਂ ਹੈ। ਇਹ ਕਹਿ ਰਹੀ ਹੈ ਜਿਹੜੀ ਗਈ ਹੈ ਉੱਥੇ। ਤੇ ਉਹਨੇ ਉਹ ਸੁਣ ਦੇ ਅਰਥ ਨੂੰ ਥੋੜ੍ਹਾ ਜਿਹਾ ਜਾਣਿਆ ਕੈਸਾ ਹੈ, ਉਹਦੇ ਸਵਾਦ ਨੂੰ ਥੋੜ੍ਹਾ ਜਿਹਾ ਜਾਣਿਆ ਕੈਸਾ ਹੈ, ਅਰਥ ਨੂੰ ਸਮਝਿਆ ਵੀ ਸੁਣ ਕੈਸੀ ਹੁੰਦੀ, ਕਿਹੜੀ ਸੁਣਨ ਬਾਰੇ ਕਿਹਾ ਗਿਆ ਹੈ। ਤੇ ਸਮਝ ਵਿੱਚ ਆਇਆ ਨਾ, ਅਰਥ ਅੰਦਰੋਂ ਹੀ ਜਾ ਕੇ ਆਇਆ, ਉੱਥੇ ਜਾ ਕੇ ਆਇਆ, ਪਤਾ ਲੱਗਾ। ਫਿਰ ਦੂਸਰੀ ਗੱਲ ਇੱਕ ਹੋਰ ਵੀ ਹੈ ਖਿਆਲ ਵਿੱਚ ਰੱਖਣ ਯੋਗ, ਵੀ ਬਹੁਤੇ ਸਰੋਤੇ ਜਿਹੜੇ ਹਨ ਉਹ ਸੋਚ ਲੈਂਦੇ ਹਨ ਵੀ ਸੁਣਨ ਦੇ ਵਿੱਚ ਜਾ ਕੇ ਤੇ ਅਸੀਂ ਰਹੇ ਹੀ ਨਹੀਂ। ਜਦੋਂ ਅਸੀਂ ਮਿਟ ਹੀ ਗਏ, ਕੁਝ ਵੀ ਨਹੀਂ ਰਿਹਾ, ਜਿਵੇਂ ਇਸ ਰਿਕਾਰਡਿੰਗ ਵਿੱਚ ਕਿਹਾ ਜਾ ਰਿਹਾ ਵੀ ਕੁਝ ਵੀ ਨਹੀਂ ਸੀ ਉੱਥੇ, ਨਾ ਮੈਂ, ਨਾ ਮੇਰੀ ਹੋਂਦ, ਕੁਛ ਵੀ ਨਹੀਂ ਸੀ। ਤੇ ਉੱਥੇ ਮੈਂ ਵੀ ਨਹੀਂ ਹੋਇਆ, ਤੇ ਫਿਰ ਮਿਟ ਹੀ ਗਿਆ। ਤੇ ਡਰ ਵੀ ਲੱਗਦਾ ਹੈ ਵੀ ਮਿਟ ਜਾਵਾਂਗੇ, ਤੇ ਫਿਰ ਆਨੰਦ ਕੌਣ ਲਊਗਾ ਜਦੋਂ ਮਿਟ ਹੀ ਗਏ। ਤੇ ਕਈਆਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ, ਖਿਆਲ ਵਿੱਚ ਰੱਖੋ, ਨਹੀਂ ਨਾ ਆਉਂਦੀ। ਪਰ ਜਿਹਨੇ ਇਹਦਾ ਸਵਾਦ ਜਾਣ ਲਿਆ ਹੈ ਨਾ, ਉਹਨੇ ਬਾਅਦ ਵਿੱਚ ਇਸ ਸਵਾਦ ਦੀ ਆਕਾਂਸ਼ਾ ਕੀਤੀ। ਆਕਾਂਸ਼ਾ ਤੇ ਆਦਮੀ ਉਸੇ ਚੀਜ਼ ਦੀ ਕਰਦਾ ਹੈ ਜਿਹੜੀ ਉਹਨੂੰ ਬਹੁਤ ਚੰਗੀ ਲੱਗੀ। ਸੰਸਾਰ ਦੇ ਵਿੱਚ ਵੀ ਜਿਹੜਾ ਤੁਹਾਨੂੰ ਸਵਾਦ ਚੰਗਾ ਲੱਗੇ, ਕੋਈ ਖਾਣ ਨੂੰ ਚੰਗਾ ਲੱਗਦਾ ਹੈ, ਤੁਸੀਂ ਕਹਿੰਦੇ ਫਿਰ ਤੂੰ ਮਿਲੇ। ਕੁਛ ਭੋਗਣ ਨੂੰ ਚੰਗਾ ਲੱਗਦਾ ਹੈ, ਸਵਾਦ ਆਇਆ, ਤੁਸੀਂ ਕਹਿੰਦੇ ਹੋਰ ਆਵੇ। ਸਵਾਦ ਹੀ ਚਾਹੁੰਦੇ ਹੋ ਨਾ, ਸਵਾਦ ਦੀ ਆਕਾਂਸ਼ਾ ਹੁੰਦੀ ਹੈ ਸੰਸਾਰ ਵਿੱਚ, ਰਸ। ਪਰ ਇਹ ਅੰਦਰਲਾ ਪਰਮ ਰਸ ਹੈ, ਇਹਦੀ ਵੀ ਆਕਾਂਸ਼ਾ ਹੁੰਦੀ ਹੈ। ਦੇਖੋ, ਇਹਦੀ ਵੀ ਆਕਾਂਸ਼ਾ ਹੁੰਦੀ, ਇਹਦੀ ਆਕਾਂਸ਼ਾ ਤੋਂ ਬਚਿਆ ਕਿਵੇਂ ਜਾ ਸਕਦਾ? ਬਾਹਰਲੇ ਜਿਹੜੇ ਤੁਛ ਰਸ ਹਨ ਉਹਦੀ ਆਕਾਂਸ਼ਾ ਤੋਂ ਨਹੀਂ ਬਚਿਆ ਜਾ ਸਕਦਾ। ਫਿਰ ਜਿਹੜੀ ਅੰਦਰਲੀ ਇਹ ਪਰਮ ਰਸ ਹੈ, ਇਹਦੀ ਆਕਾਂਸ਼ਾ ਤੋਂ ਬਚਿਆ ਕਿਵੇਂ ਜਾ ਸਕਦਾ? ਤੇ ਪਰਮ ਰਸ ਦਾ ਬਾਅਦ ਦੇ ਵਿੱਚ ਪਤਾ ਲੱਗਾ। ਵੇਖੋ, ਮੈਂ ਅਕਸਰ ਕਹਿਣਾ ਹੁੰਦਾ ਹਾਂ ਨਾ ਵੀ ਉਸ ਸਮੇਂ ਨਹੀਂ ਪਤਾ ਲੱਗਦਾ, ਬਾਅਦ ਵਿੱਚ ਜਾ ਕੇ ਸੋਚਿਆ ਵੀ ਕੀ ਹੋਇਆ ਸੀ। ਤੇ ਉਹਦੀ ਯਾਦ ਜਿਹੜੀ ਹੈ ਨਾ ਇੰਨੀ ਪਿਆਰੀ ਹੁੰਦੀ ਹੈ, ਜਿਵੇਂ ਬਹੁਤ ਜ਼ਿਆਦਾ ਖੂਬਸੂਰਤ ਤੁਸੀਂ ਚੀਜ਼ ਦੇਖ ਲਓ ਨਾ, ਤੁਸੀਂ ਕਹੋਗੇ ਵੀ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲਦੇ। ਉਹ ਐਸਾ ਹੀ ਹੁੰਦਾ ਹੈ, ਇੰਨਾ ਖੂਬਸੂਰਤ, ਇੰਨਾ ਪਿਆਰਾ, ਤੁਸੀਂ ਚਾਹੋਗੇ ਫਿਰ ਦੇਖੀਏ, ਫਿਰ ਵੈਸਾ ਹੀ ਹੋਵੇ। ਇਹ ਆਕਾਂਸ਼ਾ ਉੱਠਦੀ ਸੁਭਾਵਿਕ ਹੈ, ਖਿਆਲ ਵਿੱਚ ਰੱਖੋ। ਇਹ ਆਕਾਂਸ਼ਾ ਜਿਹੜੀ ਹੈ ਨਾ, ਇਹ ਸੁਭਾਵਿਕ ਉੱਠਦੀ ਹੈ, ਮਾਨਵੀ ਹੈ, ਅਮਾਨਵੀ ਨਹੀਂ ਹੈ, ਮਾਨਵੀ ਹੈ। ਬਾਹਰਲੇ ਸੁੱਖ ਭੋਗਾਂ ਦੀਆਂ ਆਕਾਂਸ਼ਾਂ ਉੱਠਦੀਆਂ, ਤੁਛ ਜਿਹੜੇ ਹਨ। ਫਿਰ ਅੰਦਰਲਾ ਪਰਮ ਰਸ। ਤੇ ਜਦੋਂ ਪਤਾ ਲੱਗਾ ਨਾ ਇਹਨਾਂ ਨੂੰ, ਮੇਰੀ ਗੱਲ ਯਾਦ ਆਈ ਵੀ ਆਕਾਂਸ਼ਾ ਨਹੀਂ ਕਰਨੀ। ਦੇਖੋ, ਜੋ ਕਿਹਾ ਜਾ ਰਿਹਾ ਹੈ ਨਾ,
ਉਹ ਇਸੇ ਕਰਕੇ ਹੀ ਕਿਹਾ ਜਾ ਰਿਹਾ ਹੈ ਵੀ ਤੁਸੀਂ ਜਦੋਂ ਮਾਰਗ 'ਤੇ ਚੱਲੇ ਨਾ, ਤੇ ਮਾਰਗ 'ਤੇ ਆਦਮੀ ਜਦੋਂ ਭਟਕਦਾ ਹੈ ਉਦੋਂ ਗੱਲ ਯਾਦ ਆਉਂਦੀ। ਜਿਹੜੇ ਚੱਲਦੇ ਹਨ ਨਾ ਉਹ ਫਿਰ ਭਟਕਦੇ ਹਨ, ਉਹਨਾਂ ਨੂੰ ਫਿਰ ਕਿਹਾ ਹੋਇਆ ਯਾਦ ਆਉਂਦਾ ਹੈ, ਉਪਦੇਸ਼ ਯਾਦ ਆਉਂਦਾ ਹੈ। ਉਪਦੇਸ਼ ਉਹਨਾਂ ਦੀ ਬਾਂਹ ਫੜਦਾ ਹੈ, ਬਾਂਹ ਫੜ ਕੇ ਫਿਰ ਸਿੱਧੇ ਰਸਤੇ 'ਤੇ ਪਾ ਦਿੰਦਾ। ਇਹੋ ਹੀ ਹੈ ਨਾ ਰਾਹੀ ਨੂੰ ਰਸਤਾ ਦਿਖਾਉਣਾ। ਫਿਰ ਉਹ ਰਸਤਾ ਦੇਖ ਲਿਆ, ਪਤਾ ਲੱਗ ਗਿਆ ਆਪਣੀ ਕਮਜ਼ੋਰੀ ਦਾ ਵੀ ਮੈਂ ਆ ਗਈ। ਫਿਰ ਮੈਂ ਜਦੋਂ ਆ ਗਈ ਤੇ ਰੋਣਾ ਵੀ ਬਹੁਤ ਆਇਆ, ਵੈਰਾਗ ਆਇਆ, ਇੱਕ ਤੜਫ ਉੱਠੀ ਵੀ ਮੈਂ ਆ ਕਿਉਂ ਗਈ। ਨਾ ਆਉਂਦੀ ਤੇ ਫਿਰ ਸ਼ਾਇਦ ਵੈਸਾ ਹੀ ਹੁੰਦਾ। ਨਾ ਆਉਂਦੀ ਮੈਂ, ਇਹ ਆਕਾਂਸ਼ਾ ਨਾ ਹੁੰਦੀ ਤੇ ਫਿਰ ਵੈਸਾ ਹੀ ਹੁੰਦਾ। ਤੇ ਇਹਨੇ ਫੋਨ ਵੀ ਕੀਤਾ ਸੀ ਕੱਲ, ਤੇ ਫੋਨ ਦੇ ਵਿੱਚ ਜ਼ਿਆਦਾ ਤੇ ਰੋਣਾ ਹੀ ਹੋਇਆ। ਇੱਕ ਦੋ ਹੀ ਸ਼ਬਦ ਬੋਲੇ ਸਨ ਵੀ ਮੈਨੂੰ ਬਖਸ਼ ਲਓ, ਮੈਨੂੰ ਬਖਸ਼ ਲਓ, ਭੁੱਲ ਹੋ ਗਈ। ਤੇ ਮੈਂ ਕਿਹਾ ਸੀ ਜਿਹਦੇ ਕੋਲ ਭੁੱਲ ਹੋਈ ਹੈ ਉਹ ਤੂੰ ਨਹੀਂ। ਮੈਨੂੰ ਬਚਾ ਲਓ। ਮੈਂ ਜਿਹੜਾ ਮਿਟਣ ਵਾਲਾ ਉਹ ਤੂੰ ਨਹੀਂ, ਤੂੰ ਬਚੀ ਹੋਈ। ਤੇ ਜਿਹੜੀ ਭੁੱਲ ਹੋਈ ਹੈ ਨਾ ਉਹ ਸੁਭਾਵਿਕ ਹੈ। ਫਿਰ ਦੂਸਰੀ ਗੱਲ ਇੱਕ ਹੋਰ ਵੀ ਹੈ ਖਿਆਲ ਵਿੱਚ ਰੱਖਣ ਯੋਗ, ਵੀ ਅਗਰ ਕਹੋਗੇ ਤੁਸੀਂ ਭੁੱਲ ਨਾ ਹੋਵੇ ਤੇ ਇਹ ਵੀ ਆਕਾਂਸ਼ਾ ਬਣੇਗੀ, ਇਹ ਵੀ ਰੁਕਾਵਟ ਬਣੇਗੀ ਵੀ ਹੰਕਾਰ ਨਾ ਆਵੇ। ਹੁਣ ਅੱਗੇ ਤੂੰ ਭੁੱਲ ਨਾ ਹੋਵੇ, ਇਹ ਵੀ ਰੁਕਾਵਟ, ਇਹ ਵੀ ਆਕਾਂਸ਼ਾ ਹੀ ਹੋ ਗਈ ਨਾ। ਹੰਕਾਰ ਨਾ ਆਵੇ ਮੇਰੇ ਅੰਦਰ, ਹਉ ਨਾ ਆਵੇ, ਮੈਂ ਨਾ ਆਵਾਂ ਵਿੱਚ। ਹੰਕਾਰ ਦਾ ਅਰਥ ਹੁੰਦਾ ਮੈਂ ਨਾ। ਜਦੋਂ ਇਹ ਨਹੀਂ ਸੀ ਉਦੋਂ ਹੀ ਘਟਨਾ ਘਟੀ ਸੀ ਨਾ। ਹੁਣ ਇਹ ਨਾ ਹੋਣਾ ਦੀ ਵੀ ਆਕਾਂਸ਼ਾ ਜਿਹੜੀ ਹੈ ਨਾ ਇਹ ਵੀ ਬਾਧਾ ਬਣੇਗੀ। ਮਿਰਚ ਹੰਕਾਰ ਨਾ ਆਵੇ। ਤੈਨੂੰ ਅਗਰ ਰੋਕੋਗੇ ਤੁਸੀਂ ਜ਼ਬਰਦਸਤੀ ਤੇ ਇਹ ਵੀ ਬਾਧਾ ਬਣੇਗੀ ਵੀ ਹੰਕਾਰ ਨਾ ਆਵੇ, ਇਹ ਵੀ ਰੁਕਾਵਟ ਬਣੇਗੀ। ਹੰਕਾਰ ਤੇ ਰੁਕਾਵਟ ਬਣਦਾ ਹੀ ਤੇ ਸੁਭਾਵਿਕ ਹੈ। ਮੈਂ ਕਹਿ ਰਿਹਾ ਹਾਂ ਵੀ ਇਹ ਆਕਾਂਸ਼ਾ ਉੱਠਦੀ ਹੈ। ਕਿਉਂਕਿ ਇੰਨਾ ਸੁੱਖ ਹੈ, ਇੰਨੀ ਸ਼ਾਂਤੀ ਹੈ ਉਹਦੇ ਵਿੱਚ। ਜਿੱਥੇ ਕੁਛ ਵੀ ਨਹੀਂ ਹੈ ਉੱਥੇ ਫਿਰ ਸਭ ਕੁਛ ਹੀ ਹੈ। ਦੂਸਰਾ ਪੱਖ ਵੀ, ਪਹਿਲਾਂ ਇੱਕ ਪੱਖ ਨਜ਼ਰ ਆਉਂਦਾ ਹੈ, ਫਿਰ ਦੂਸਰਾ ਪੱਖ ਵੀ ਨਜ਼ਰ ਆ ਜਾਂਦਾ ਵੀ ਉੱਥੇ ਸਭ ਕੁਛ ਹੀ ਹੈ। ਤੇ ਮੈਂ ਆ ਜਾਂਦੀ ਤਾਂ ਨਾ ਹੀ ਮੈਨੂੰ ਹਟਾਉਣਾ ਹੈ। ਖਿਆਲ ਵਿੱਚ ਰੱਖੋ, ਜਿਨ੍ਹਾਂ ਨੂੰ ਐਸੇ ਅਨੁਭਵ ਹੋ ਰਹੇ ਹਨ, ਕੁਛ ਘਟ ਰਿਹਾ ਹੈ। ਅਗਰ ਹੰਕਾਰ ਆ ਵੀ ਜਾਂਦਾ ਹੈ, ਆਕਾਂਸ਼ਾ ਆ ਵੀ ਜਾਂਦਾ ਹੈ, ਤੇ ਆਕਾਂਸ਼ਾ ਨੂੰ ਹਟਾਉਣ ਵਾਸਤੇ ਵੀ ਕੋਸ਼ਿਸ਼ ਨਹੀਂ ਕਰਨੀ ਹੈ, ਨਹੀਂ ਤੇ ਉਹ ਵੀ ਅਹੰਕਾਰ ਬਣੇਗਾ ਵੀ ਮੇਰੇ 'ਚ ਆਕਾਂਸ਼ਾ ਆ ਗਈ। ਆਕਾਂਸ਼ਾ ਹਟਾਉਣ ਵਾਸਤੇ ਵੀ ਤੁਸੀਂ ਕੋਸ਼ਿਸ਼ ਨਹੀਂ ਕਰਨੀ ਹੈ, ਸਹਿਜ ਹਟੇਗੀ। ਸਿਰਫ ਜਾਣਨਾ ਹੈ ਵੀ ਆਕਾਂਸ਼ਾ ਬੰਧਨ ਹੈ, ਸਵੀਕਾਰ ਕਰਨਾ ਹੈ, ਸਵੀਕਾਰ ਭਾਵ ਦੇ ਵਿੱਚ ਜੀਣਾ। ਤੇ ਜਦੋਂ ਤੁਸੀਂ ਪੂਰਨ ਸਵੀਕਾਰ ਭਾਵ ਦੇ ਵਿੱਚ ਫਿਰ ਠਹਿਰ ਗਏ ਨਾ, ਤੇ ਫਿਰ ਹੋਵੇਗਾ ਵੈਸਾ ਹੈ। ਕਿਉਂਕਿ ਉਹ ਕਰਨ ਦੇ ਨਾਲ ਨਹੀਂ ਹੁੰਦਾ ਹੈ, ਉਹ ਸੁਭਾਵਿਕ ਹੀ ਹੁੰਦਾ ਹੈ, ਸਹਿਜ ਹੁੰਦਾ ਹੈ। ਤੁਸੀਂ ਸੁਣ ਕੇ ਉਸ ਜਗ੍ਹਾ 'ਤੇ ਪਹੁੰਚ ਗਏ, ਆਪਣੇ ਆਪ ਹੀ ਪਹੁੰਚੇ। ਰੋਜ਼ ਸੁਣਿਆ, ਇਹੋ ਤੇ ਮੈਂ ਕਹਿ ਰਿਹਾ, ਅਗਰ ਗਹਿਰਾਈ ਨਾਲ ਤੁਸੀਂ ਸੁਣੋਗੇ ਤੇ ਜਿਹੜੀ ਜਗ੍ਹਾ ਤੋਂ ਕਿਹਾ ਜਾ ਰਿਹਾ ਉਸ ਜਗ੍ਹਾ 'ਤੇ ਤੁਸੀਂ ਆਪਣੇ ਆਪ ਹੀ ਆ ਜਾਓਗੇ।
ਜਿਹੜੀ ਜਗ੍ਹਾ ਤੂੰ ਜਿੰਦੇ ਪੁਕਾਰਿਆ ਜਾ ਰਿਹਾ ਹੋਵੇ, ਜਿਵੇਂ ਕੋਈ ਪਹਾੜ ਦੀ ਚੋਟੀ ਤੋਂ, ਤੁਸੀਂ ਧਿਆਨਪੂਰਵਕ ਸੁਣੋਗੇ ਅਤੇ ਜਿੱਧਰੋਂ ਆਵਾਜ਼ ਆ ਰਹੀ ਉੱਧਰ ਨੂੰ ਜਾਓਗੇ ਨਾ, ਵੀ ਉਹ ਸਾਹਮਣੇ ਪੁਕਾਰ ਰਿਹਾ ਹੈ ਕੋਈ, ਧਿਆਨਪੂਰਵਕ ਸੁਣੋਗੇ ਤਾਂ ਹੀ ਸੁਣਾਈ ਦੇਊਗੀ ਦੂਰੋਂ ਆਵਾਜ਼। ਫਿਰ ਤੁਸੀਂ ਉੱਧਰ ਨੂੰ ਚੱਲ ਪਵੋਗੇ। ਫਿਰ ਕਿਸੇ ਆਪਣੇ ਦੀ ਆਵਾਜ਼ ਹੈ, ਕਿਸੇ ਸਨੇਹੀ ਦੀ ਆਵਾਜ਼ ਹੈ, ਤਾਂ ਉੱਧਰ ਨੂੰ ਤਾਂ ਤੁਸੀਂ ਜ਼ਿਆਦਾ ਖਿੱਚੇ ਜਾਓਗੇ ਅਤੇ ਆਪਣੇ ਆਪ ਹੀ ਜਾਓਗੇ। ਅਤੇ ਇਹ ਜਿਹੜੇ ਅਰਥ ਹਨ ਨਾ, ਇਹ ਅੰਦਰ ਜਾ ਕੇ ਸਮਝ ਵਿੱਚ ਆਉਂਦੇ ਹਨ। ਜਿਨ੍ਹਾਂ ਨੇ ਕਿਹਾ ਹੈ ਨਾ, ਉਪਦੇਸ਼ ਦਿੱਤਾ ਹੈ, ਜਿੱਥੋਂ ਦਿੱਤਾ ਹੈ ਉੱਥੇ ਜਾ ਕੇ ਸਮਝ ਵਿੱਚ ਆਵੇਗਾ। ਜੀਵਨ ਦਾ ਅਰਥ ਬਾਹਰੋਂ ਨਹੀਂ ਸਮਝ ਵਿੱਚ ਆਉਂਦਾ ਹੈ, ਅੰਦਰ ਜਾ ਕੇ ਖੋਜਣਾ ਪੈਂਦਾ ਹੈ, ਅੰਦਰੋਂ ਲੱਭਦਾ ਹੈ ਅਰਥ। ਅਤੇ ਜਿੱਥੋਂ ਕਿਹਾ ਹੈ, ਦੇਖੋ ਖਿਆਲ ਕਰੋ ਫਿਰ ਤੁਸੀਂ ਵੀ ਇਹ ਅੰਦਰ ਜਾ ਕੇ ਜਿਹੜਾ ਗਿਆ ਹੈ ਅੰਦਰ, ਉਹਨੇ ਸਮਝ ਲਿਆ ਹੈ ਨਾ ਅਰਥ, ਵੀ ਉਹ ਸੁਣ ਦਾ ਕੀ ਅਰਥ ਹੈ, ਵੀ ਅੰਤਰ ਸੁਨੰਗ ਬਾਹਰ ਸੁਨ, ਤਿਰ ਪਵਣ ਸੁਨ ਮਸੁਨ, ਚੌਥੇ ਸੁਣਨੇ ਜੋ ਨਰ ਜਾਣੇ, ਤਾਕੋ ਪਾਪ ਨ ਪੁੰਨ। ਥੋੜ੍ਹਾ ਥੋੜ੍ਹਾ ਖਿਆਲ ਵਿੱਚ ਆਇਆ ਹੈ, ਜੇ ਸਪਸ਼ਟ ਤਾਂ ਨਹੀਂ ਹੋਇਆ ਹੈ ਪੂਰਾ, ਫਿਰ ਵੀ ਥੋੜ੍ਹਾ ਜਿਹਾ ਖਿਆਲ ਆਇਆ ਹੈ ਵੀ ਐਸਾ ਐਸਾ ਹੁੰਦਾ ਹੈ। ਅੰਦਰ ਜਾ ਕੇ ਹੀ ਅਰਥ ਸਾਫ਼ ਹੋਇਆ ਨਾ, ਉੱਥੇ ਜਾ ਕੇ ਹੀ ਪਤਾ ਲੱਗਾ। ਬਾਹਰੋਂ ਸ਼ਬਦਾਂ ਦੁਆਰਾ ਥੋੜ੍ਹੀ ਪਤਾ ਲੱਗਦਾ ਵੀ ਸ਼ਬਦ ਵਿਚਾਰੀ ਜਾਓ ਅਤੇ ਅਰਥ ਖੋਜੀ ਜਾਓ। ਬਹੁਤ ਸਾਰੇ ਅਰਥ ਸ਼ਾਸਤਰੀ ਇੱਦਾਂ ਹੀ ਲੱਗੇ ਹੋਏ ਹਨ, ਬਾਹਰੋਂ ਅਰਥ ਖੋਜਦੇ ਹਨ, ਅਤੇ ਜਿਹੜੇ ਬਾਹਰੋਂ ਖੋਜਦੇ ਹਨ ਉਹ ਪੰਡਿਤ ਹੋ ਜਾਂਦੇ, ਅਤੇ ਉਹ ਪੰਡਿਤ ਜਿਹੜੇ ਹਨ ਉਹ ਡੁੱਬ ਜਾਂਦੇ।